दरवाजे ते ਇੱਟਾਂ ਮਾਰਨ ਲੱਗ ਗਏ। ਮੁੰਡਿਆਂ ਨੇ ਕਮੀਜ਼ਾਂ ਲਾ ਦਿੱਤੀਆਂ ਨੇ, ਕਮੀਜ਼ਾਂ ਲਾ ਕਹਿੰਦੇ ਆਓ ਬਾਹਰ ਤੁਹਾਨੂੰ ਦੱਸੀਏ, ਗੰਦੀਆਂ ਗੰਦੀਆਂ ਗਾਲੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਵਾਲੇ ਇਹਨਾਂ ਦੇ ਘਰ ਗਏ ਨੇ ਤੇ ਇਹਨਾਂ ਨੇ ਪੁਲਿਸ ਵਾਲੇ ਤੇ ਉੱਤੋਂ ਪੱਥਰ ਮਾਰਨੇ ਸ਼ੁਰੂ ਕਰਤੇ, ਗਿਰੇਬਾਨ ਪਕੜ ਲਏ ਪੁਲਿਸ ਵਾਲਿਆਂ ਦੇ, ਡਾਲਿਆਂ ਉੱਤੇ ਹੱਥ ਮਾਰਨੇ ਸ਼ੁਰੂ ਕਰ ਦਿੱਤੇ। ਡਾਲੇ ਵਾਲਿਆਂ ਨੇ ਫੌਰਨ ਡਾਲਾ ਬੈਕ ਕਰਕੇ ਚਲੇ ਗਏ ਨੇ। दो दफ़ा डाला भी है, मैं खुद भी गई हूँ थाने, लेकिन मैंने को कोई बंदा नहीं मिला। उन्होंने कहा सुबह आके तुसी अपनी ਉੱਥੇ ਐਸਐਚਓ ਤੁਹਾਨੂੰ ਮਿਲਿਆ, ਉਹਨਾਂ ਨੇ ਕੋਈ ਦਰਖਾਸਤ ਕੋਈ ਵੀ ਨਹੀਂ ਸੀ? नहीं सानू थाने च मिलिया। अस्सलाम वालेकुम, मैं मौज़म जट ते तुसी वेख रहे हो जुर्म कहानी। ਅੱਜ ਦੀ ਜੁਰਮ ਕਹਾਣੀ ਦੇ ਵਿੱਚ ਫੈਸਲਾਬਾਦ ਥਾਣਾ ਬਟਾਲਾ ਕਲੋਨੀ ਇਲਾਕੇ ਦੇ ਵਿੱਚ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ, ਜਿਹਦੇ ਵਿੱਚ ਕੁਝ ਲੜਕੇ ਇੱਕ ਲੜਕੀਆਂ ਨੂੰ ਘਰ ਦੇ ਬਾਹਰ ਖਲੋ ਕੇ ਇਸ਼ਾਰੇ ਗੰਦੇ ਗੰਦੇ ਕਰ ਰਹੇ ਨੇ। ਉਹਨਾਂ ਦਾ ਪੁਲਿਸ ਨੇ ਕਿੰਜ ਗ੍ਰਿਫਤਾਰ ਕੀਤਾ। ਇਸ ਵੇਲੇ ਮੈਂ ਉਸ ਗਲੀ ਵਿੱਚ ਮੌਜੂਦ ਹਾਂ ਜਿੱਥੇ ਇਹ ਸਾਰਾ ਵਕੂਆ ਹੋਇਆ ਸੀਗਾ। ਉਸ ਸਾਈਡ ਤੇ ਚੌਂਕ ਹੈ ਔਰ ਇਹ ਉਹ ਵਾਲਾ ਘਰ ਹੈ ਜਿੱਥੇ ਲੜਕੀਆਂ ਆਪਣੇ ਘਰ ਖਲੋ ਕੇ ਵੀਡੀਓ ਬਣਾ ਰਹੀਆਂ ਸੀਗੀਆਂ ਔਰ ਬਾਹਰੋਂ ਖਲੋ ਕੇ ਬੰਦੇ ਚੌਂਕ ਦੇ ਵਿੱਚ ਉਹਨਾਂ ਨੂੰ ਇਸ਼ਾਰੇ ਕਰ ਰਹੇ ਸੀ। ਅਸੀਂ ਇਸ ਘਰ ਦੇ ਵਿੱਚ ਪਹੁੰਚਾਂਗੇ, ਪਹੁੰਚ ਕੇ ਜਿਹੜੀ ਇੱਥੇ ਖਾਤੂਨ ਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਾਰਾ ਵਕੂਆ ਕਿੰਜ ਹੋਇਆ। ਇਹ ਦਰਵਾਜ਼ਾ ਸੀ ਇੱਥੋਂ ਸ਼ੁਰੂ ਹੋਇਆ ਔਰ ਇਹ ਸਾਰਾ ਵਕੂਆ ਕਿੰਜ ਹੋਇਆ, ਇਹਦੀ ਅਸਲ ਕੀ ਕਹਾਣੀ ਹੈਗੀ ਆ। ਸਾਡੇ ਨਾਲ ਮੌਜੂਦ ਨੇ। अस्सलाम वालेकुम। वालेकुम अस्सलाम। ਅੱਛਾ, ਇਹ ਜਿਹੜਾ ਵਕੂਆ ਹੁੰਦਾ ਵਾ ਵੀਡੀਓ ਤੁਸੀਂ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਦੇ ਜੇ, ਇਹਦੀ ਸਾਰੀ ਅਸਲ ਕੀ ਕਹਾਣੀ, ਕਿੱਥੋਂ ਇਹ ਸਾਰੀ ਗੱਲਬਾਤ ਸ਼ੁਰੂ ਹੁੰਦੀ? ईद का दिन सी, ਅਸੀਂ ਬਾਹਰ ਗਏ ਹਾਂ ਠੀਕ ਆ ਆਪਣੇ ਮਾਮੂ ਦੀ ਤਰਫ, ਤੇ ਬਾਹਰ ਨਾ ਅਸੀਂ ਨਿਕਲੇ ਤੇ ਸਾਨੂੰ ਨਾ ਲੜਕੇ ਆਵਾਜ਼ਾਂ ਲਗਾਉਣੀਆਂ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ। ਅਸੀਂ ਚੁੱਪ ਕਰਕੇ ਚਲੇ ਗਏ ਸੀ, ਇਹਨਾਂ ਨੂੰ ਨਹੀਂ ਨਜ਼ਰਅੰਦਾਜ਼ ਕਰ ਦਿੱਤਾ, ਅਸੀਂ ਕੋਈ ਗੱਲ ਨਹੀਂ ਕੀਤੀ ਠੀਕ ਹੈ। ਅਸੀਂ ਵਾਪਸ ਆਏ, ਅਸੀਂ 15 ਤੇ ਕਾਲ ਕੀਤੀ, ਲੜਕੇ ਫਿਰ ਖੜੇ ਹੋਏ ਸੀਗੇ। 15 ਤੇ ਕਾਲ ਕੀਤੀ, ਪੁਲਿਸ ਆਈ, ਅਸੀਂ ਪੁਲਿਸ ਨੂੰ ਕਿਹਾ ਕਿ ਸਾਨੂੰ ਜਿੱਦਾਂ ਮਰਜ਼ੀ ਇਨਸਾਫ ਦਿਓ, ਸਾਨੂੰ ਇੱਦਾਂ ਨਿਕਲਦੇ ਵੜਦੇ ਸਾਨੂੰ ਗਾਲੀਆਂ ਦੇ ਰਹੇ ਨੇ ਠੀਕ ਹੈ। ਪੁਲਿਸ ਵਾਲੇ ਇਹਨਾਂ ਦੇ ਘਰ ਗਏ ਨੇ ਤੇ ਇਹਨਾਂ ਨੇ ਪੁਲਿਸ ਵਾਲੇ ਤੇ ਉੱਤੋਂ ਪੱਥਰ ਮਾਰਨੇ ਸ਼ੁਰੂ ਕਰਤੇ, ਗਿਰੇਬਾਨ ਪਕੜ ਲਏ ਪੁਲਿਸ ਵਾਲਿਆਂ ਦੇ, ਡਾਲਿਆਂ ਉੱਤੇ ਹੱਥ ਮਾਰਨੇ ਸ਼ੁਰੂ ਕਰ ਦਿੱਤੇ। ਡਾਲੇ ਵਾਲਿਆਂ ਨੇ ਫੌਰਨ ਡਾਲਾ ਬੈਕ ਕਰਕੇ ਚਲੇ ਗਏ ਨੇ। 10 ਮਿੰਟ ਬਾਅਦ ਉਹ ਸਾਰੇ ਆ ਗਏ, ਸਾਡੇ ਦਰਵਾਜ਼ੇ ਤੇ ਇੱਟਾਂ ਮਾਰਨ ਲੱਗ ਗਏ। ਮੁੰਡਿਆਂ ਨੇ ਕਮੀਜ਼ਾਂ ਲਾ ਦਿੱਤੀਆਂ ਨੇ, ਕਮੀਜ਼ਾਂ ਲਾ ਕਹਿੰਦੇ ਆਓ ਬਾਹਰ ਤੁਹਾਨੂੰ ਦੱਸੀਏ, ਗੰਦੀਆਂ ਗੰਦੀਆਂ ਗਾਲੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਠੀਕ ਹੈ। ਅਸੀਂ ਫਿਰ 15 ਤੇ ਕਾਲ ਕੀਤੀ, ਫਿਰ ਪੁਲਿਸ ਆਈ ਹੈ, ਫਿਰ ਰਿਪੀਟ ਉਹੀ ਕੰਮ ਹੋਇਆ ਜੋ ਉਹਨਾਂ ਨੇ ਪਹਿਲੇ ਕੀਤਾ ਪੁਲਿਸ ਵਾਲਿਆਂ ਦੇ ਨਾਲ। ਫਿਰ ਅਸੀਂ ਸਵੇਰ ਗਏ ਹਾਂ CPO ਸਾਹਿਬ ਦੇ ਦਫ਼ਤਰ, ਉਹਨਾਂ ਨੇ ਫਿਰ ਥੋੜ੍ਹਾ ਜਿਹਾ ਐਕਸ਼ਨ ਲਿਆ। ਉਹਨਾਂ ਨੇ SHO ਨੂੰ ਕਿਹਾ ਕਿ ਇਹਨਾਂ ਦੇ ਤਾਂ ਕਾਰਵਾਈ ਕਰੋ, ਮੈਟਰ ਤੇ ਰਹਿ ਕੇ ਕੰਮ ਕਰੋ, ਜਿਹੜਾ ਵੀ ਕੰਮ ਕਰਨਾ ਠੀਕ ਹੈ। SHO ਸਾਹਿਬ ਨੇ ਉਸੇ ਟਾਈਮ ਡਾਲਾ ਦੁਬਾਰਾ ਭੇਜਿਆ ਤੇ ਉਹ ਫਿਰ ਆਇਆ ਡਾਲਾ, ਫਿਰ ਉਹੀ ਕੰਮ ਰਿਪੀਟ ਹੋਇਆ। ਅੱਛਾ, ਮਤਲਬ ਪੁਲਿਸ ਆਂਦੀ ਸੀਗੀ ਕਿ ਉਹ ਜਿਹੜੇ ਬੰਦੇ ਸੀ, ਉਹ ਜਿਹੜੇ ਮੁਲਜ਼ਮ ਸੀਗੇ, ਉਹ ਪੁਲਿਸ ਦੇ ਤੇ ਪਥਰਾਓ ਕਰਦੇ ਸੀ, ਪੁਲਿਸ ਡਰ ਕੇ ਨੱਸ ਜਾਂਦੀ ਸੀ ਵਾਪਸ। ਹਾਂਜੀ ਵਾਪਸ ਚਲੇ ਜਾਂਦੀ ਸੀ। ਠੀਕ ਹੋ ਗਿਆ। ਫਿਰ ਡੋਲਫਨ ਵੀ ਆਈ ਹੈ, ਉਹ ਵੀ ਇਸੇ ਤਰ੍ਹਾਂ ਹੀ ਵਾਪਸ ਗਈ ਹੈ। ਫਿਰ ਦੁਬਾਰਾ ਪੁਲਿਸ ਆਈ ਹੈ, ਫਿਰ ਉਹਨਾਂ ਨੂੰ ਅੰਦਰ ਗਏ ਨੇ ਉਹਨਾਂ ਦੇ ਘਰ ਦੇ, ਉਹਨਾਂ ਨੂੰ ਅੰਦਰੋਂ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਨੇ। ਉਹ ਮਨਸ਼ਿਆਤ ਫਰੋਸ਼ ਨੇ, ਸਾਰੇ ਜਾਣਦੇ ਨੇ ਉਹਨਾਂ ਨੂੰ ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੇ ਸ਼ਰਾਬ ਦੀਆਂ ਬੋਤਲਾਂ ਤੋੜੀਆਂ ਨੇ ਉਹਨਾਂ ਦੇ ਘਰੋਂ, ਉਹ ਘਰੋਂ ਨੱਸ ਗਏ ਹੋਏ ਸੀ ਠੀਕ ਹੈ। ਫਿਰ ਉਹ ਚਲੇ ਗਏ ਨੇ। ਫਿਰ ਅਸੀਂ ਦੁਬਾਰਾ ਬੁਲਾਇਆ, ਫਿਰ ਉਹ ਮੁੰਡਾ ਗਲੀ 'ਚ ਆ ਕੇ ਜਿੱਥੇ ਜਦੋਂ ਵੀਡੀਓ ਨਹੀਂ ਬਣੀ, ਜਿਹੜੀ ਵੀਡੀਓ ਵਾਇਰਲ ਹੋਈ ਹੈ, ਉਸ ਟਾਈਮ ਉਹ ਮੁੰਡਾ ਦੁਬਾਰਾ ਆਇਆ ਆਪਣੇ ਮੁੰਡਿਆਂ ਦੇ ਨਾਲ ਗਨ ਲੈ ਕੇ। ਸਾਨੂੰ ਗੁੱਸਾ ਚੜ੍ਹਾ ਰਿਹਾ ਸੀ ਕਿ ਬਾਹਰ ਨਿਕਲਣਗੇ ਤੇ ਅਸੀਂ ਇਹਨਾਂ ਨੂੰ ਕੰਮ ਲਗਾ ਕੇ ਤੇ ਅਸੀਂ ਚਲੇ ਜਾਵਾਂਗੇ। ਇਸ ਕਰਕੇ ਗਾਲੀਆਂ ਵੀ ਦੇ ਰਹੇ ਨੇ, ਇਸ਼ਾਰੇ ਵੀ ਕਰ ਰਹੇ ਸਾਨੂੰ, ਲੇਕਿਨ ਪਤਾ ਚੱਲ ਗਿਆ ਸੀ ਇਹਨਾਂ ਕੋਲ ਗੱਲ ਹੈ। ਅਸੀਂ ਬਾਹਰ ਨਹੀਂ ਨਿਕਲੇ। ਅਸੀਂ 15 ਤੇ ਫਿਰ ਕਾਲ ਕੀਤੀ, ਪੁਲਿਸ ਆਈ ਹੈ, ਪੁਲਿਸ ਫਿਰ ਨਾਕਾਮ ਹੋ ਗਈ, ਅੱਗੋਂ ਕੋਈ ਨਹੀਂ ਮਿਲਿਆ। ਅੱਛਾ, ਇਹ ਵਕੂਆ ਕਿਸ ਦਿਨ ਦਾ ਸੀ, ਕਿਸ ਦਿਨ ਵਕੂਆ ਸ਼ੁਰੂ ਹੁੰਦਾ ਹੈ ਤੇ ਉਸ ਤੋਂ ਬਾਅਦ FI? ਅੱਛਾ, ਈਦ ਦੇ ਤੀਸਰੇ ਦਿਨ। ਹਾਂਜੀ ਹਾਂਜੀ। ਜਿਹੜੇ ਇਹ ਹੈਗੇ ਮੁਲਜ਼ਮ, ਇਹਨਾਂ ਨਾਲ ਤੁਹਾਡੀ ਪਹਿਲੇ ਵੀ ਕੋਈ ਗੱਲਬਾਤ ਹੁੰਦੀ ਸੀ, ਕੋਈ ਨਾਰਾਜ਼, ਕੋਈ ਲੜਾਈ ਝਗੜਾ ਕੋਈ ਹੈ ਸੀ? ਪਹਿਲੇ ਕਦੀ ਵੀ ਨਹੀਂ ਹੋਈ। ਅੱਛਾ, ਇਹ ਲੜਕੇ ਗਲੀ ਦੇ ਰਹਿਣ ਵਾਲੇ, ਇੱਥੇ ਦੇ ਰਹਿਣ ਵਾਲੇ ਹੈ? ਕਿੱਥੇ ਉਹਨਾਂ ਦਾ ਘਰ ਤੁਹਾਡੇ ਘਰ ਦੇ ਲਾਗੇ ਹੀ ਹੈ? ਹਾਂਜੀ, ਇਹ ਬੈਕ ਸਾਈਡ। ਅੱਛਾ, ਉਸ ਤੋਂ ਬਾਅਦ ਫਿਰ ਕੀ ਹੋਇਆ? ਉਸ ਤੋਂ ਬਾਅਦ ਇਹਨਾਂ ਕੋਲ ਕੁਝ ਵੀ ਨਹੀਂ ਹੋਇਆ। ਫਿਰ ਅਸੀਂ CPO ਸਾਹਿਬ ਤੇ RPO ਸਾਹਿਬ ਅੱਗੇ ਅਰਜ਼ੀ ਕੀਤੀ ਹੈ, ਉਹਨਾਂ ਨੂੰ ਵੀਡੀਓ ਸੈਂਡ ਕੀਤੀ ਹੈ ਜਿਹੜੀ ਹਰਕਤ ਕਰਕੇ ਗਏ ਨੇ। ਉਹਨਾਂ ਨੇ ਉਸੇ 10 ਮਿੰਟ ਦੇ ਵਿੱਚ ਨਾ ਸਨਾ SHO ਜੋ ਹੈ ਬਿਲਾਲ, ਹਾਂਜੀ, ਉਹਨਾਂ ਨੇ ਫੌਰਨ ਆ ਕੇ ਐਕਸ਼ਨ ਲਿਆ ਠੀਕ ਹੈ। ਉਹਨਾਂ ਨੇ ਪੂਰੀ ਆਪਣੀ ਕਾਰਵਾਈ ਕੀਤੀ ਹੈ, ਉਹਨਾਂ ਨੇ ਫਰਜ਼ ਨਿਭਾਇਆ ਆਪਣਾ। ਉਹਨਾਂ ਨੇ ਬੰਦੇ ਸਾਰੇ ਉਸੇ ਟਾਈਮ ਉੱਥੇ ਦਿੱਤੇ ਨੇ ਬਟਾਲਾ ਦੇ ਵਿੱਚ ਠੀਕ ਹੈ। ਖੁਦ ਬਟਾਲਾ ਵਾਲੀ ਪੁਲਿਸ ਕੋਈ ਨਹੀਂ ਬੰਦੇ ਪਕੜੇ ਗਏ। ਜਿੱਦਣ ਵਕੂਆ ਹੁੰਦਾ ਹੈ ਤੁਸੀਂ ਥਾਣੇ ਆਪ ਗਏ ਸੀ, ਤੁਸੀਂ ਜਾ ਕੇ ਉੱਥੇ ਐਪਲੀਕੇਸ਼ਨ ਦੇ ਕੇ ਆਏ? 2 ਦਫ਼ਾ ਡਾਲਾ ਵੀ ਆਇਆ, ਮੈਂ ਖੁਦ ਵੀ ਗਈ ਹਾਂ थाने, लेकिन मैंने कोई बंदा नहीं मिला। उन्होंने सुबह आके तुसी अपनी ਉੱਥੇ SHO ਤੁਹਾਨੂੰ ਮਿਲਿਆ, ਉਹਨਾਂ ਨੇ ਕੋਈ ਦਰਖਾਸਤ ਕੋਈ ਵੀ ਨਹੀਂ ਸੀ? ਨਹੀਂ, ਸਾਨੂੰ ਥਾਣੇ 'ਚ ਮਿਲਿਆ, ਸਿਰਫ ਇੱਕ ਬਾਹਰ ਗੇਟ ਤੇ ਸੀ ਬਸ। ਉਹਨੇ ਸਾਨੂੰ ਕਿਹਾ ਤੁਸੀਂ ਸੁਬਾਹ ਆਈਓ, ਸੁਬਾਹ ਆ ਕੇ ਤੁਸੀਂ ਆਪਣੀ FIR ਲਿਖਵਾਈਓ। ਅਸੀਂ ਇੱਥੋਂ ਨੱਸ ਕੇ ਬੜੀ ਮੁਸ਼ਕਿਲ ਗਏ, ਨੰਗੇ ਪੈਰ ਸਰ, ਮੇਰੇ ਤੇ ਪੈਰਾਂ 'ਚ ਜੁੱਤੀ ਵੀ ਨਹੀਂ, ਤੁਸੀਂ ਥਾਣੇ ਦੀ ਵੀਡੀਓ ਕਢਾ ਸਕਦੇ ਹੋ। ਸਾਡੇ ਕੋਲ ਦੁਪੱਟੇ ਵੀ ਨਹੀਂ ਸੀ, ਇਸ ਤੇ ਨੱਸ ਕੇ ਸਾਡੇ, ਕਿਉਂਕਿ ਇਹਨਾਂ ਨੇ ਗਿਰੇਬਾਨ ਪਕੜੇ ਨੇ ਲੜਕਿਆਂ ਨੇ, ਹੱਥੋਂ ਪਾਈ ਹੋਏ ਨੇ ਕਾਫੀ, ਚੌਂਕ ਦੇ ਵਿੱਚ ਹੀ ਹੋਏ ਨੇ। ਬਿਲਕੁਲ, ਤੁਸੀਂ ਵੇਖ ਰਹੇ ਜੀ ਕਿ ਵਕੂਆ 29 ਤਰੀਕ ਦਾ ਸੀ। FIR ਰਾਤ ਦਰਜ ਹੁੰਦੀ ਪਈ ਹੈ। ਵਕੂਏ ਟਾਈਮ ਇਹ ਖਾਤੂਨ ਜਿਹੜੀ ਆ ਉੱਥੇ ਥਾਣੇ ਵਿੱਚ ਜਾਂਦੀ ਹੈ, ਜਾ ਕੇ ਆਪਣੀ ਐਪਲੀਕੇਸ਼ਨ ਦਿੰਦੀ ਹੈ ਕਿ ਸਾਡੀ FIR ਦਰਜ ਕੀਤੀ ਜਾਵੇ। ਕੁਝ ਲੜਕੇ ਸਾਨੂੰ ਹਰਾਸਾਂ ਕਰ ਰਹੇ, ਸਾਨੂੰ ਤੰਗ ਕਰ ਰਹੇ, ਸਾਡੇ ਘਰ ਆ ਕੇ
ਪਥਰਾਓ ਕਰਦੇ ਪਿਆ, ਲੇਕਿਨ ਪੁਲਿਸ ਆਂਦੀ ਸੀ, ਪੁਲਿਸ ਉਹਨਾਂ ਨੂੰ ਫੜਨ ਵਾਸਤੇ ਜਾਂਦੀ, ਬਲਕਿ ਪੁਲਿਸ ਉੱਤੇ ਪਥਰਾਓ ਹੁੰਦਾ ਸੀ, ਪੁਲਿਸ ਡਰ ਕੇ ਵਾਪਸ ਚਲੇ ਜਾਂਦੀ ਸੀਗੀ। ਉਹਦੇ ਤੋਂ ਬਾਅਦ ਸਾਰੀ ਗੱਲਬਾਤ ਤੁਸੀਂ ਸੁਣ ਲਈ ਕਿ ਮੁਲਜ਼ਮ ਕਿੰਜ ਗ੍ਰਿਫਤਾਰ ਹੋਏ। ਇਹਦੇ ਵਿੱਚ ਸਨਾ ਬਲਾਲ ਜਿਹੜੀ SHO ਵੂਮੈਨ ਨੇ, ਉਹਨਾਂ ਨੂੰ CPO ਸਾਹਿਬ ਵੱਲੋਂ ਆਰਡਰ ਆਇਆ ਕਿ ਜਨਾਬ ਇਹ ਮੁਲਜ਼ਮ ਫੜੇ ਜਾਣੇ ਚਾਹੀਦੇ ਆ। ਉਹਨਾਂ ਨੇ ਸਨਾ ਬਲਾਲ ਦੀ ਡਿਊਟੀ ਲਗਾਈ। ਸਨਾ ਬਲਾਲ ਨੇ ਜਾ ਕੇ ਫਿਰ ਉਹ ਮੁਲਜ਼ਮਾਂ ਨੂੰ ਫੜਿਆ। ਮੁਲਜ਼ਮਾਂ ਨੂੰ ਫੜਨ ਤੋਂ ਬਾਅਦ FIR ਦਰਜ ਹੋ ਗਈ ਆ। ਉਸ ਤੋਂ ਬਾਅਦ ਫਿਰ ਤੁਹਾਨੂੰ ਕੋਈ ਥ੍ਰੈਡ ਆ ਰਿਹਾ ਜਾਂ ਕੋਈ ਫਿਰ ਮਸਲਾ ਆ ਰਿਹਾ? ਆ ਰਹੇ ਨੇ ਫਿਰ ਦੁਬਾਰਾ, ਉਹ ਕਹਿ ਰਹੇ, ਕਹਿੰਦੇ ਕੋਈ ਗੱਲ ਨਹੀਂ, ਸਾਡੇ 2 ਗਏ ਨੇ, ਕੋਈ ਗੱਲ ਨਹੀਂ, 25-30 ਦਾ ਸਾਡਾ ਮਕਾਨ ਹੈ ਵੇ, ਕੋਈ ਨਹੀਂ, ਇੱਕ ਵਾਰੀ ਲਾ ਲਾਂਗੇ, ਲੇਕਿਨ ਇਹਨਾਂ ਨੂੰ ਅਸੀਂ ਨਸੀਹਤ ਦੇਣੀ ਹੈ, ਇੱਕ ਵਾਰੀ ਅਸੀਂ ਇਹਨਾਂ ਨੂੰ ਦੱਸਣਾ ਜ਼ਰੂਰ ਹੈ। ਐਸੀ ਕੀ ਵਜ੍ਹਾ ਵਾ ਜਿਹੜੀ ਤੁਹਾਡੇ ਨਾਲ ਹੀ ਉਹਨਾਂ ਦੀ ਕੋਈ ਮੁਖਾਲਫਤ ਚੱਲਦੀ ਪਈ? ਕੋਈ ਕਿਹੜੀ ਕਿਹੋ ਜਿਹੀ ਗੱਲਬਾਤ ਕੋਈ ਵੀ ਨਹੀਂ। ਅਸੀਂ ਇੱਥੋਂ ਗੁਜ਼ਰੀ ਦਾ, ਸਾਡਾ ਕਦੀ ਕਿਸੇ ਨਾ, ਅਸੀਂ ਕਿਸੇ ਮੁਹੱਲੇ ਵਾਲੇ ਦੇ ਘਰ ਜਾਈਦਾ, ਜਿਹਨੂੰ ਮਰਜ਼ੀ ਪੁੱਛ ਲਓ। ਅਸੀਂ ਸਾਨੂੰ 3 ਸਾਲ ਹੋ ਗਏ ਨੇ ਇੱਥੇ, ਅਸੀਂ ਕਦੀ ਕਿਸੇ ਨੂੰ ਨਾ ਬੁਲਾਇਆ, ਨਾ ਅਸੀਂ ਕਿਸੇ ਦੇ ਘਰ ਗਏ, ਨਾ ਸਾਡੀ ਕੋਈ ਮੁਹੱਲੇਦਾਰੀ 'ਚ ਐਸੀ ਕੋਈ ਗੱਲ ਹੈ, ਠੀਕ ਹੈ, ਨਾ ਅਸੀਂ ਕਿਸੇ ਮੁੰਡੇ ਨੂੰ ਬੁਲਾਈ ਤਾਂ ਅਸੀਂ ਚੁੱਪ ਕਰਕੇ ਗੁਜ਼ਰ ਜਾਈਦਾ, ਠੀਕ ਹੈ। ਅੱਜ ਤੱਕ ਨਹੀਂ ਇਸ ਤਰ੍ਹਾਂ ਹੋਇਆ, ਲੇਕਿਨ ਉਹਨਾਂ ਨੇ ਉਸ ਦਿਨ ਸ਼ਰਾਬ ਵਗੈਰਾ ਪੀਤੀ ਸੀ, ਹੂਟਿੰਗ ਕਰ ਰਹੇ ਸੀ ਬਹੁਤ ਜ਼ਿਆਦਾ, ਠੀਕ ਹੈ। ਉਹ ਇਸ ਤਰ੍ਹਾਂ ਹੀ ਸ਼ੈਤਾਨੀ ਬਸ ਗੱਲ ਵਧਣੀ ਹੁੰਦੀ ਹੈ, ਤੇ ਇਸ ਤਰ੍ਹਾਂ ਸ਼ੈਤਾਨੀ 'ਚ ਮੁੰਡੇ ਰਲੇ ਹੋਏ ਸੀ, ਉਹਨਾਂ ਨੇ ਮਿਲ ਕੇ ਬਦਤਮੀਜ਼ੀ ਕੀਤੀ। ਬਿਲਕੁਲ। ਅੱਛਾ, ਹੁਣ ਉਹਨਾਂ ਦਾ ਸੌਫਟਵੇਅਰ ਅਪਡੇਟ ਹੋ ਗਿਆ, ਹੁਣ ਕੋਈ ਰਾਜ਼ੀ ਤੁਸੀਂ ਹੋਏ ਕਿ ਨਹੀਂ ਹਲੇ? ਉਹ ਗੱਲ ਠੀਕ ਹੈ, ਲੇਕਿਨ ਗੱਲ ਕਰਨ ਦਾ ਮਕਸਦ ਇਹ ਸੌਫਟਵੇਅਰ ਤੇ ਹੋ ਗਿਆ, ਲੇਕਿਨ ਉਹਨਾਂ ਨੇ ਬਾਹਰ ਵੀ ਆ ਜਾਣਾ, ਹਰ ਕੰਮ ਹੋ ਜਾਣਾ, ਲੇਕਿਨ ਹਲੇ ਉਹ ਅੰਦਰ ਨੇ ਤੇ ਉਹਨਾਂ ਦੀ ਆਕੜ ਹਲੇ ਵੀ ਖਤਮ ਨਹੀਂ ਹੋ ਰਹੀ ਹੈ, ਤੇ ਬਾਹਰ ਆਣਗੇ ਉਹ ਕੀ ਕਰਨਗੇ? ਸੌਫਟਵੇਅਰ ਤੇ ਅਪਡੇਟ ਹੋ ਹੀ ਗਿਆ, ਲੇਕਿਨ ਗੱਲ ਕਰਨ ਦਾ ਮਕਸਦ ਆ ਹੈ ਕਿ ਜਦੋਂ ਉਹਨਾਂ ਨੇ ਹਲੇ ਅੰਦਰ ਬੈਠੇ ਨੇ, ਉਹ ਉਹਨਾਂ ਦੇ ਪਿਛਲੇ ਕਹਿ ਰਹੇ ਨੇ ਕਿ ਕੋਈ ਗੱਲ ਨਹੀਂ, ਸਾਡਾ 25-30 ਦਾ ਮਕਾਨ ਹੈ, ਅਸੀਂ ਵੇਚ ਕੇ ਇੱਕ ਵਾਰੀ ਲਾ ਦਾਂਗੇ, ਲੇਕਿਨ ਅਸੀਂ ਇਹਨਾਂ ਨੂੰ ਨਸੀਹਤ ਜ਼ਰੂਰ ਕਰਾਣੀ। ਬਿਲਕੁਲ ਨਸੀਹਤ ਜ਼ਰੂਰ ਕਰਨੀ। ਤੁਸੀਂ ਵੇਖਿਆ ਕਿ ਥਾਣਾ ਬਟਾਲਾ ਕਲੋਨੀ ਦੇ ਜਿਹੜੇ SHO ਸਾਹਿਬ ਇੱਥੇ ਲੱਗੇ ਨੇ ਨਾ ਹੋਣ ਦੇ ਬਰਾਬਰ ਨੇ, ਕਿਉਂਕਿ ਖਾਤੂਨ ਨੂੰ ਮਸਲਾ ਸੀ, ਖਾਤੂਨ ਆਪ ਥਾਣੇ ਜਾ ਕੇ ਉੱਥੇ ਆਪਣੀ ਐਪਲੀਕੇਸ਼ਨ ਦਿੰਦੀ, ਇਹਦੇ ਤੇ ਕੋਈ FIR ਦਰਜ ਨਹੀਂ ਹੁੰਦੀ, ਕੋਈ ਗੱਲਬਾਤ ਨਹੀਂ ਹੁੰਦੀ। 3-4 ਦਿਨ ਬਾਅਦ ਜਾ ਕੇ ਪਤਾ ਚੱਲਦਾ ਵਾ ਕਿ ਇੱਥੇ ਕੋਈ ਵਕੂਆ ਹੋਇਆ ਸੀ, ਉਹਦੀ FIR ਵੀ ਦਰਜ ਹੋਣੀ ਆ। ਜਦੋਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ, ਫਿਰ FIR ਦਰਜ ਹੋਈ। ਅਗਰ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਨਾ ਹੁੰਦੀ, ਅਗਰ ਕਿਸੇ ਨੂੰ ਪਤਾ ਨਾ ਚੱਲਦਾ, ਤੇ ਫਿਰ ਮੇਰਾ ਨਹੀਂ ਖਿਆਲ ਕਿ ਇਹਨਾਂ ਨੂੰ ਕੋਈ ਇਨਸਾਫ ਮਿਲਣਾ ਸੀ ਜਾਂ ਇਹਨਾਂ ਵਾਸਤੇ ਕੋਈ FIR ਦਰਜ ਹੋਣੀ ਸੀ। ਇਹਦੇ ਤੇ ਅਸੀਂ RPO ਫੈਸਲਾਬਾਦ ਸੁਹੇਲ ਅਹਿਮਦ ਸੁਖੇਰਾ ਔਰ CPO ਫੈਸਲਾਬਾਦ ਤਨਵੀਰ ਹੁਸੈਨ, ਅਸੀਂ ਉਹਨਾਂ ਨੂੰ ਅੱਗੇ ਵੀ ਕਹਿੰਦੇ ਆ ਕਿ ਜਦੋਂ ਕੋਈ ਵੀ ਵੀਡੀਓ ਵਾਇਰਲ ਹੁੰਦੀ ਆ ਉਦੋਂ ਹੀ ਐਕਸ਼ਨ ਹੁੰਦਾ ਵਾ, ਉਸ ਤੋਂ ਪਹਿਲੇ ਐਕਸ਼ਨ ਕਿਉਂ ਨਹੀਂ ਹੁੰਦਾ? ਗਰੀਬ ਆਵਾਮ ਆਪਣੇ ਮਸਾਇਲ ਥਾਣਿਆਂ ਦੇ ਵਿੱਚ ਲੈ ਕੇ ਜਾਂਦੀ, ਲੇਕਿਨ ਉੱਥੇ SHO ਜਾਂ ਜਿਹੜੇ ਉੱਥੇ ਦੇ ਬੈਠੇ ਜਿਹੜੇ ਲੋਕ ਹੁੰਦੇ ਆ, ਉਹਨਾਂ ਦੀ ਗੱਲਬਾਤ ਨਹੀਂ ਸੁਣਦੀ। ਉਹਨਾਂ ਦੀ ਗੱਲਬਾਤ ਸੁਣਨੀ ਚਾਹੀਦੀ। ਜਿਸ ਤਰ੍ਹਾਂ ਇਹ ਖਾਤੂਨ ਥਾਣੇ ਜਾਂਦੀ, ਉੱਥੇ ਜਾ ਕੇ ਇਹਦੀ ਕੋਈ ਗੱਲਬਾਤ ਨਹੀਂ ਸੁਣੀ, ਵੀਡੀਓ ਵਾਇਰਲ ਹੋਈ, ਫੌਰੀ FIR ਦਰਜ ਹੋਈ ਆ ਔਰ ਫੌਰੀ ਉਹਦਾ ਨਤੀਜਾ ਵੀ ਮਿਲ ਗਿਆ।